ਆਪ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੇ ਕਾਰਵਾਈ ਲਗਾਤਾਰ ਬਣਾ ਰਹੀ ਹੈ ਔਰ ਇਸ ਦੀ ਸੂਚੀ ਵੀ ਹੈ ਲੰਮੀ ਤਿਆਰ ਹੋ ਚੁੱਕੀ ਹੈ। ਸਾਧੂ ਸਿੰਘ ਧਰਮਸੋਤ ਹੋਣ, ਸੰਗਤ ਸਿੰਘ ਗਿਲਜੀਆਂ ਹੋਣ, ਪਰਚਾ ਪੈਂਦਾ ਜਿਸ ਦੇ ਵਿੱਚੋਂ ਸਾਧੂ ਸਿੰਘ ਧਰਮਸੋਤ ਦੀ ਤਾਂ ਗ੍ਰਿਫਤਾਰੀ ਵੀ ਹੋ ਜਾਂਦੀ ਹੈ, ਹਿਰਾਸਤ ਵਿੱਚ ਲੈ ਲਏ ਜਾਂਦੇ ਨੇ। ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਵੀ ਹਾਈ ਕੋਰਟ ਤੱਕ ਪਹੁੰਚ ਕਰਦੇ ਨੇ ਕਿਉਂਕਿ ਉਹਨਾਂ ਦੇ ਖਿਲਾਫ ਵੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਹੁਣ ਤਾਜ਼ਾ ਮਾਮਲਾ ਹੈ ਮਾਈਨਿੰਗ ਦੇ ਮਸਲੇ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਇਹ ਵਿਜੀਲੈਂਸ ਦੀ ਕਾਰਵਾਈ ਕਿਹੜੇ ਆਧਾਰ ਤੇ ਔਰ ਕਿਹੜੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਉੱਤੇ ਹੋਣ ਜਾ ਰਹੀ ਹੈ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਵਿਸਥਾਰ ਦੇ ਨਾਲ। ਮੇਰੇ ਨਾਲ ਇਸ ਵਿਸ਼ੇ ਦੇ ਉੱਤੇ ਚਰਚਾ ਕਰਨਗੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਵਿਜੀਲੈਂਸ ਦੀ ਪੰਜਾਬ ਵਿੱਚ ਇਸ ਸਰਗਰਮੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਬਿਲਕੁਲ, ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਵਧਾਈ ਦਾ ਪਾਤਰ ਸੀ ਜਦੋਂ ਨੇ ਸਭ ਤੋਂ ਪਹਿਲਾਂ ਆਪਣੇ ਹੀ ਮੰਤਰੀ ਨੂੰ ਫੜਿਆ ਵੀ, ਪਰਚਾ ਵੀ ਦਰਜ ਕੀਤਾ, ਮੰਤਰੀ ਮੰਡਲ 'ਚੋਂ ਬਾਹਰ ਕੱਢਿਆ। ਇੱਕ ਨੇ ਐਗਜ਼ਾਮਪਲ ਸੈੱਟ ਕੀਤੀ ਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਸਰਕਾਰ ਹੁੰਦੀ ਸੀ ਉਦੋਂ ਵੀ ਪ੍ਰੈਸ਼ਰ ਪੈਂਦਾ ਸੀ, ਇੱਕ ਕਮਿਸ਼ਨ ਬਣਾ ਦਿੰਦੇ, ਕਮਿਸ਼ਨ ਫਿਰ ਕਲੀਨ ਚਿੱਟ ਦੇ ਦਿੰਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਦੋਂ ਰਾਣਾ ਗੁਰਜੀਤ ਸਿੰਘ 'ਤੇ ਇਲਜ਼ਾਮ ਲੱਗੇ ਸੀ 2-3 ਮਹੀਨੇ ਲਾਤੇ ਹੈਗੇ ਸੀ। ਜੋ ਦਬਾਅ ਪਿਆ ਸੈਂਟਰ ਲੈਵਲ 'ਤੇ ਪਿਆ, ਫਿਰ ਜਾ ਕੇ ਰਾਣਾ ਗੁਰਜੀਤ ਸਿੰਘ ਦੀ ਛੁੱਟੀ ਕੀਤੀ। ਪਰਚਾ ਨਹੀਂ ਦਰਜ ਹੋਇਆ, ਇੱਥੇ ਪਰਚਾ ਦਰਜ ਹੋਇਆ ਪਹਿਲਾਂ ਵਿਜੇ ਸਿੰਗਲਾ ਦੇ ਜਿਹੜੇ ਸਿਹਤ ਮੰਤਰੀ, ਫਿਰ ਅਰੈਸਟ ਕਰਵਾਈ, ਹੁਣ ਜੇਲ੍ਹ ਦੇ ਵਿੱਚ ਆ। ਹੁਣ ਜਿਹੜਾ ਵਿਜੀਲੈਂਸ ਦਾ ਸ਼ੁਰੂ ਹੋਇਆ ਸਿਲਸਿਲਾ, ਉਹ ਸਭ ਤੋਂ ਵੱਡੀ ਗੱਲ ਹੈ ਕਿ ਵਿਰੋਧੀ ਹੁਣ ਕਹਿਣ ਜੋਗੇ ਨਹੀਂ ਹੈਗੇ ਕਿ ਜੀ ਇਹ ਤਾਂ ਬਦਲੇ ਦੀ ਰਾਜਨੀਤੀ ਆ, ਵੈਡੈਂਟਾ ਪੋਲੀਟਿਕਸ ਆ, ਕਿਉਂਕਿ ਉਹਨੇ ਪਹਿਲਾਂ ਆਪਣਾ ਬੰਦਾ ਫੜਿਆ ਹੈਗਾ। ਹਾਲਾਂ ਉਹਨੇ ਕਿਹਾ ਸੀ ਰਿਸ਼ਵਤ ਮੰਗੀ, ਰੈੱਡ ਹੈਂਡਡ ਨਹੀਂ, ਹਾਂ ਰੈੱਡ ਹੈਂਡਡ ਨਹੀਂ ਸੀ। ਲੇਕਿਨ ਹੁਣ ਮਸਲਾ ਹੈ ਕਿ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਫੜ ਲਿਆ ਕਿਉਂਕਿ ਉਹ ਜਿਹੜਾ ਠੇਕੇਦਾਰ ਦੀ ਡਾਇਰੀ 'ਚੋਂ ਬਹੁਤ ਕੁਛ ਨਿਕਲਿਆ। ਜਿਹੜੇ DFO ਸੀ ਗੁਰ ਅਮਨਪ੍ਰੀਤ ਸਿੰਘ, ਉਹਨੇ ਕਬੂਲ ਕੀਤਾ। ਮਾਈਨਿੰਗ ਦੇ ਮਸਲੇ 'ਚ ਜਿਹੜੀ ਸਾਡੀ ਜਾਣਕਾਰੀ ਅਸੀਂ ਕੱਲ੍ਹ ਹੀ ਖੁਲਾਸਾ ਕੀਤਾ ਗਿਆ ਸੀ ਕਿ ਬਹੁਤ ਸਾਰੇ MLA ਜਿਹੜੇ ਕਾਂਗਰਸ ਪਾਰਟੀ ਦੇ ਮੰਤਰੀ ਰਹਿ ਚੁੱਕੇ ਤੇ ਮੌਜੂਦਾ ਜਿਹੜੇ ਵਿਧਾਇਕ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੀ ਸੂਚੀ ਤਿਆਰ ਹੋ ਚੁੱਕੀ ਆ। ਅੱਜ ਹੀ ਸਾਡੀ ਖਬਰ ਪ੍ਰਕਾਸ਼ਿਤ ਹੁੰਦੀ ਆ ਔਰ ਦੂਜੇ ਪਾਸੇ ਸੰਗਰੂਰ 'ਚ ਫੇਰੀ ਦੌਰਾਨ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ 3-4 ਨਾਮ ਆ ਗਏ ਨੇ। ਬਿਲਕੁਲ, ਜੋਗਿੰਦਰ ਪਾਲ ਜਿਹੜੇ ਭੂਆ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਨੇ, ਮਾਈਨਿੰਗ ਦੇ ਮਸਲੇ ਤੋਂ ਉਹਨਾਂ ਦੇ ਪਰਚਾ ਦਰਜ ਹੋਇਆ, ਫੜੇ ਵੀ ਗਏ। ਘੱਟੋ ਘੱਟ ਸਾਡੀ ਜਾਣਕਾਰੀ ਮੁਤਾਬਕ 15 ਵਿਧਾਇਕ ਨੇ ਕਾਂਗਰਸ ਪਾਰਟੀ ਦੇ ਜਿਹੜੇ ਮਾਈਨਿੰਗ ਖੂਬ ਕਰਦੇ ਸੀ, ਜਿਨ੍ਹਾਂ ਦੇ ਏਰੀਏ ਦੇ ਵਿੱਚੋਂ ਦਰਿਆ ਨਿਕਲਦੇ ਸੀ, ਨਹਿਰਾਂ ਨਿਕਲਦੀਆਂ ਸੀ। ਇਹਨਾਂ ਨੇ ਪੰਜਾਬ ਦੀ ਧਰਤੀ, ਉੱਦਾਂ ਦੇ ਬੜੀਆਂ ਵੱਡੀਆਂ ਐਗਜ਼ਾਮਪਲਾਂ ਦਿੰਦੇ ਨੇ, ਬਾਬੇ ਨਾਨਕ ਦੇ ਤੁੱਕਦਿਆਂ ਦਿੰਦੇ ਸੀ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਇਹਨਾਂ ਧਰਤੀ ਵੀ ਨਹੀਂ ਛੱਡੀ ਹੈਗੀ। 31 ਫੁੱਟ ਜਿਹੜੇ ਇਹਨਾਂ ਨੇ ਉੱਥੇ ਦਰਿਆ ਖਤਮ ਕਰ ਦਿੱਤੇ ਹੈਗੇ ਔਰ ਇਹ ਆ ਗਿਆ ਕਾਬੂ। ਹੁਣ ਜਿਸ ਏਰੀਏ 'ਚ ਜਿਨ੍ਹਾਂ ਜਾ ਕੇ ਗੰਦ ਪਾਇਆ ਸੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਮੰਤਰੀਆਂ ਨੇ, ਉਹ ਮੈਨੂੰ ਲੱਗਦਾ ਕਿ ਸਾਰੇ ਫੜੇ ਜਾਣਗੇ। ਔਰ 10-12 ਵਿਧਾਇਕ ਨੇ, 4-5 ਸਾਬਕਾ ਮੰਤਰੀ ਨੇ, ਜਿਹੜੇ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਹੈ 18, ਇਹਨਾਂ 'ਚੋਂ ਵੀ 3-4 ਹੈ ਨੇ ਜਿਹੜੇ ਸਕੰਜੇ 'ਚ ਨੇ। ਜਾਂ ਤਾਂ ਇਹਨਾਂ ਦੀ ਜ਼ੁਬਾਨ ਬੰਦ ਹੋਊਗੀ ਪੱਕੀ, ਜਾਂ ਜਿਹੜੇ ਸਾਬਕਾ ਵਿਧਾਇਕ ਨੇ, ਅੱਜ ਕੱਲ੍ਹ BJP ਨੇ ਦਰਵਾਜ਼ੇ ਖੋਲ੍ਹੇ ਹੋਏ ਨੇ, ਸਾਰੇ ਜਾ ਕੇ ਉੱਥੇ ਮੱਥਾ ਟੇਕ ਆਉਂਦੇ ਨੇ। ਕਿ ਫਿਰ ਹੁਣ ਸਭ ਤੋਂ ਵੱਡੀ ਗੱਲ ਕਿ ਜਿਹੜੇ ਪਹਿਲੇ ਗਏ ਨੇ ਕਾਂਗਰਸ ਪਾਰਟੀ ਦੇ ਮੰਤਰੀ ਗਏ, ਕੀ ਉਹ ਇਮਾਨਦਾਰ ਸੀ ਜਾਂ ਮੌਕੇ ਦੀ ਉਹਨਾਂ ਦੀ ਸਿਆਸਤ ਸੀ? ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਪੋਸਟਾਂ ਦੇ ਜ਼ਰੀਏ, ਟਵੀਟ ਦੇ ਜ਼ਰੀਏ ਕਹਿੰਦੇ ਰਹੇ ਆ ਕਿ ਮੇਰੇ ਕੋਲ ਨਾਵਾਂ ਦੀ ਲਿਸਟ ਪਈ ਹੈ, ਜਨਤਕ ਕਰਾਂਗੇ। ਹਾਲਾਂਕਿ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕਿ ਉਹ ਕਿਹੜੇ ਉਹਨਾਂ ਦੇ ਕੈਬਨਿਟ ਦੇ ਵਿੱਚ ਹਿੱਸੇਦਾਰੀ ਰਹੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ, ਜਿਨ੍ਹਾਂ ਦੀ ਉਹ ਸੂਚੀ ਜਾਰੀ ਕਰਨ ਦੀ ਗੱਲ ਕਹਿੰਦੇ ਸੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ 'ਤੇ ਦਾਗ ਲਗਾ ਲਏ ਹੈਗੇ। ਤੁਸੀਂ ਇੱਕ ਕੁਰਸੀ 'ਤੇ ਇਨਸਾਫ ਨਹੀਂ ਕੀਤਾ ਬੈਠ ਕੇ, ਤੁਸੀਂ ਆਪਣੀ ਕੁਰਸੀ ਬਚਾਈ ਹੈਗੀ ਆ ਕਿ ਉੱਦਾਂ ਦੇ ਤੁਸੀਂ ਬੜਕਾਂ ਮਾਰਦੇ ਸੀ, ਡਰਾਵੇ ਦਿੰਦੇ ਸੀ ਕਿ ਚੁੱਪ ਕਰ ਜਾ, ਤੇਰਾ ਮੈਂ ਨਾਮ ਦੇਵਾਂ ਵਿਜੀਲੈਂਸ ਨੂੰ। ਤੁਸੀਂ ਕੁਰਸੀ ਦੇ ਨਾਲ ਇਨਸਾਫ ਨਹੀਂ ਕੀਤਾ। ਤੁਸੀਂ ਬਚਾਉਣ ਵਾਲਾ ਵੀ ਉਹਨਾਂ ਬੇਈਮਾਨ ਹੁੰਦਾ। ਜੇ ਤੁਹਾਡੇ ਕੋਲ ਸੂਚੀ ਮਾਈਨਿੰਗ ਕਰਦੇ ਸੀ, ਤੁਹਾਡੇ MLA ਲੁੱਟਦੇ ਸੀ, ਹੇਰਾਫੇਰੀ ਕਰਦੇ ਸੀ, ਗੜਬੜੀਆਂ ਕਰਦੇ ਸੀ, ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਹੈਗੀ? ਤੁਹਾਡੀ ਇਮਾਨਦਾਰੀ ਮਾਇਨੇ ਨਹੀਂ ਰੱਖਦੀ ਹੈਗੀ। ਤੁਸੀਂ ਚੁੱਪ ਕਿਉਂ ਕਰ ਜਾਂਦੇ ਇਹ ਗੱਲ ਕਹਿ ਕੇ ਕਿ ਅਸੀਂ ਡਰਾਉਂਦੇ ਰਹੇ ਨੇ, ਸਾਰਿਆਂ ਨੂੰ ਡਰਾਉਂਦੇ ਰਹੇ ਨੇ, ਜਿੰਨੇ ਡਰ ਕੇ ਕਾਂਗਰਸ ਪਾਰਟੀ, ਕਿਉਂਕਿ ਡਰਦੇ ਰਹੇ ਨਾ, ਤਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੇ ਰਹੇ। ਜਿੱਦਣ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਨੇ ਜਲੀਲ ਕਰਕੇ ਕੱਢਿਆ, ਕੈਪਟਨ ਅਮਰਿੰਦਰ ਨੂੰ ਹੀ ਮੈਂ ਤਾਂ ਇਹਨਾਂ ਨੂੰ ਬਚਾਉਂਦਾ ਰਿਹਾ, ਮੇਰੇ ਨਾਲ ਖੜਨਗੇ, ਮੋਢੇ ਨਾਲ ਮੋਢਾ ਜੋੜਨਗੇ, ਸਾਰੇ ਪਾਸਾ ਵਲਟ ਗਏ। ਸਾਰੇ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਲੱਗੇ, ਹੁਣ ਰਾਜਾ ਅਮਰਿੰਦਰ ਸਿੰਘ ਵੜਿੰਗ ਨਾਲ ਲੱਗ ਗਏ। ਕੈਪਟਨ ਵੀ ਉਹਨਾਂ ਦੋਸ਼ੀ ਆ। ਹੁਣ ਕੈਪਟਨ ਜੋ ਮਰਜ਼ੀ ਬੋਲੀ ਜਾਏ, ਤੇਰੇ ਬੋਲਣ ਨਾਲ ਕੀ ਹੋਣਾ?
ਤੂੰ ਤੇ ਕੁਰਸੀ ਸਹੁੰ ਖਾਧੀ ਸੀ ਨਾ, ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਕੁਰਸੀ ਦੀ, ਮੁੱਖ ਮੰਤਰੀ ਸੰਵਿਧਾਨ ਦੀ ਸਹੁੰ ਖਾਧੀ, ਫਿਰ ਉਹ ਸਹੁੰ ਖਾਣ ਦਾ ਕੀ ਫਾਇਦਾ? ਤੁਸੀਂ ਗੁਟਕਾ ਸਾਹਿਬ ਦੇ ਫੜ ਕੇ ਲੋਕਾਂ ਨੇ ਕਿਹਾ ਕਿ ਤੁਸੀਂ ਝੂਠੀ ਸਹੁੰ ਖਾਧੀ, ਸੰਵਿਧਾਨ ਦੀ ਵੀ ਤੁਸੀਂ ਸਹੁੰ ਖਾਧੀ। ਤੁਸੀਂ ਜਿੰਨੇ ਲੋਕਾਂ ਨੇ ਕਰਪਸ਼ਨ ਕੀਤੀ ਆ, ਮਾਈਨਿੰਗ ਕੀਤੀ ਹੈਗੀ ਆ, ਬੇਈਮਾਨ ਸੀ, ਉਹਨਾਂ ਨੂੰ ਤੁਸੀਂ ਬਚਾਇਆ, ਸ਼ੈਲਟਰ ਕੀਤਾ, ਉਹਨਾਂ ਨੂੰ ਤੁਸੀਂ ਆਪਣੀ ਪਾਰਟੀ 'ਚ ਰੱਖਿਆ, ਉਹਨਾਂ ਨੂੰ ਤੁਸੀਂ ਮੰਤਰੀ ਬਣਾ ਕੇ ਰੱਖਿਆ ਹੈਗਾ। ਅਤੇ ਮੈਨੂੰ ਲੱਗਦਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਚਾਹੇ ਪੰਜਾਬ 'ਚ ਰੌਲਾ ਪੈਂਦਾ ਕਿ ਬੀਜੇਪੀ ਵਾਲਿਆਂ ਕੋਲ ਸੂਚੀ ਆ ਜਾਂ ਵਿਜੀਲੈਂਸ ਵਾਲਿਆਂ ਕੋਈ ਆ, ਮੌਕਾ ਐਕਸ਼ਨ ਕੌਣ ਕਰਦਾ? ਅੱਜ ਦੀ ਤਰੀਕ 'ਚ ਭਗਵੰਤ ਮਾਨ ਉਹ ਐਕਸ਼ਨ ਕਰ ਰਿਹਾ, ਅਤੇ ਉਹ ਇਹ ਹੁਣ ਕਾਲੀ ਵੀ ਫੜੇ ਜਾਣਗੇ। ਇਹ ਨਹੀਂ ਕਿ ਸਿਰਫ ਕਾਂਗਰਸੀ ਆ, ਜਿਹੜੀ ਸਾਡੇ ਕੋਲ ਜਾਣਕਾਰੀ ਉਹਦੇ 'ਚ ਕਾਲੀ ਵੀ ਅੜਕੇ ਆਉਣਗੇ। ਕਰੋੜਾਂ ਭੇਠਾ ਗਏ, ਇੱਕ ਭੁਪਿੰਦਰ ਪਾਪਾ ਕਹਿੰਦੇ ਹੈਗੇ, ਉਹਨੇ ਹਜ਼ਾਰਾਂ ਕਰੋੜਾਂ ਦੀ ਕਰਪਸ਼ਨ ਕੀਤੀ, ਉਹਦੇ 'ਚ ਪੰਜਾਬ ਦੇ IAS ਆ, ਪੰਜਾਬ ਦੇ ਮੰਤਰੀ ਅਕਾਲੀ ਦਲ ਰਹੇ, ਉਹਨਾਂ ਦੀ ਵੀ ਵਾਰੀ ਆਊਗੀ। ਲੇਕਿਨ ਹੁਣ ਜਿਹੜੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ ਵਿਜੀਲੈਂਸ ਬਿਊਰੋ ਨੇ, ਉਹ ਭਗਵੰਤ ਮਾਨ ਹੋਣਾ ਵੱਲੋਂ ਉਹ ਆ ਕਿ ਜਿਹੜੇ ਖਾਸ ਕਰਕੇ ਮਾਈਨਿੰਗ ਆ, ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ, ਘੱਗਰ ਦੇ ਦਰਿਆ, ਹਲੇ ਤੇ ਉਹਨਾਂ ਦੀ ਵਾਰੀਆਂ ਨੇ ਜਿਨ੍ਹਾਂ ਨੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ, ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਹਨਾਂ ਨੂੰ ਬਚਾਇਆ। ਜਿਨ੍ਹਾਂ ਨੇ 100 ਤੋਂ ਵੱਧ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਉਹਦੇ ਨਾਲ ਮਰੇ ਸੀ, ਦੇਸੀ ਲਾਹਨ ਦੇ ਨਾਲ ਮਰੇ ਸੀ, ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ, ਉਹ ਵੀ ਫੜੇ ਜਾਣਗੇ। ਮਤਲਬ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਬਚਾਇਆ, ਭਗਵੰਤ ਮਾਨ ਨੂੰ ਪਤਾ, ਭਗਵੰਤ ਮਾਨ ਮੈਨੂੰ ਇਹ ਲੱਗਦਾ ਹੈਗਾ ਕਿ ਉਹ ਪੈਸੇ ਪੱਖੋਂ ਬੇਈਮਾਨ ਨਹੀਂ ਹੋਏਗਾ, ਪੋਲੀਟੀਕਲ ਤੌਰ 'ਤੇ ਬੇਈਮਾਨ ਹੋ ਸਕਦਾ ਹੈਗਾ, ਪਰ ਇਹ ਜਿਹੜੀ ਪੈਸੇ ਲੁੱਟਣ ਦੀ, ਠੱਗਣ ਦੀ, ਹੇਰਾਫੇਰੀ ਕਰਨ ਦੀ, ਠੱਗੀਆਂ ਮਾਰਨ ਦੀ, ਉਹ ਅਜੇ ਤੱਕ 2 ਵਾਰ MP ਰਹਿ ਚੁੱਕਾ, ਕਈ ਐਲੀਗੇਸ਼ਨ ਲੱਗੇ, ਮੁੱਖ ਮੰਤਰੀ ਵੀ ਐਲੀਗੇਸ਼ਨ ਨਹੀਂ ਲੱਗੇ। ਚੋਣ ਦੇ ਦੌਰਾਨ ਵੀ ਪ੍ਰਚਾਰ ਕਰਦੇ ਆ, ਅੱਜ ਵੀ ਦਾਅਵਾ ਕੀਤਾ ਭਗਵੰਤ ਮਾਨ ਨੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਿਕਲੇ ਤਾਂ ਮੈਨੂੰ ਤੁਸੀਂ ਲਾ ਦਿਓ। ਇਹਨੂੰ ਪਤਾ ਹੈਗਾ ਕਿ ਅਗਰ ਬੇਈਮਾਨ ਸਾਬਤ ਹੋ ਗਿਆ, ਹਾਲੇ ਤੱਕ ਤਾਂ ਉਹ ਬੇਈਮਾਨ ਨਹੀਂ ਆ ਭਗਵੰਤ ਮਾਨ, ਪੋਲੀਟੀਕਲ ਤੌਰ 'ਤੇ ਸਾਰੇ ਬੇਈਮਾਨ ਰਹਿੰਦੇ, ਪਿੰਡ ਦੇ ਸਰਪੰਚ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ। ਉੱਥੇ ਕੁਝ ਮਜਬੂਰੀਆਂ ਹੋ ਸਕਦੀਆਂ ਕਿ ਤਾਂ 7 ਰਾਜ ਸਭਾ ਮੈਂਬਰ ਉਹਨੂੰ ਪੋਲੀਟੀਕਲ ਬੇਈਮਾਨ ਕਹਿ ਸਕਦੇ ਕਿ ਪੰਜਾਬ ਦੇ ਬੰਦੇ ਉਹਦੇ 'ਚ ਨਹੀਂ ਉਸ ਲੈਵਲ ਦੇ ਗਏ। ਜਦੋਂ ਐਜੂਕੇਸ਼ਨ ਦੀ ਗੱਲ ਹੋਏਗੀ, ਸਰਕਾਰੀ ਯੂਨੀਵਰਸਿਟੀਆਂ ਬਚਾਉਣੀਆਂ, ਕਿ ਲਵਲੀ ਯੂਨੀਵਰਸਿਟੀ ਲਈ ਗੱਲ ਕਰਨਗੇ, ਜਦੋਂ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਕਿ ਲੁਧਿਆਣੇ ਦਾ ਬਿਜ਼ਨਸਮੈਨ ਕਰੇਗਾ ਜਾਂ ਸਾਨੀ ਸਾਹਿਬ ਕਰਨਗੇ, ਜਿਹੜੇ 2 ਗੈਰ ਪੰਜਾਬੀ ਉਹ ਕਰਨਗੇ ਪੰਜਾਬ ਦੀ ਗੱਲ, ਠੀਕ ਹੈ। ਪਰ ਇਹ ਆ ਹੁਣ ਜਿਹੜੇ ਸਭ ਤੋਂ ਵੱਡੀ ਜਿਹੜੀ ਲਿਸਟ ਬਣ ਗਈ ਆ, ਕਿਉਂਕਿ ਅੱਗੇ ਫਰੈਂਡਲੀ ਮੈਚ ਚੱਲਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਖਿਲਾਫ ਪਰਚੇ ਦਰਜ ਕੀਤੇ, ਜਦੋਂ ਬਾਦਲਾਂ ਦੀ ਸਰਕਾਰੀ ਤੇ ਕੈਪਟਨ ਦੇ ਖਿਲਾਫ ਪਰਚੇ ਕਰਦੇ ਤੇ ਉਦੋਂ ਸਾਰਿਆਂ ਦੇ ਰਾਜੀਨਾਮੇ ਹੋ ਗਏ, ਸਮਝੌਤੇ ਹੋ ਗਏ। ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਕਾਂਗਰਸ ਪਾਰਟੀ ਨੂੰ ਵੀ ਭਾਅ ਦੀ ਬਣੀ ਹੋਈ ਵੀ ਅਸੀਂ ਕਰੀਏ ਕਿ ਕਿਹੜੇ ਪਾਸੇ ਜਾਈਏ। ਬੀਜੇਪੀ 'ਚ ਜਾਂਦੇ ਤਾਂ ਕੀ ਅਮਿਤ ਸ਼ਾਹ, ਨਰਿੰਦਰ ਮੋਦੀ ਬਚਾ ਲੈਣਗੇ ਉਸ। ਭਗਵੰਤ ਮਾਨ ਸਰਕਾਰ ਦੀ ਵਿਜੀਲੈਂਸ ਦੀ ਇਹ ਕਾਰਵਾਈ ਭਾਜਪਾ ਦਾ ਫਾਇਦਾ ਕਰ ਸਕਦੀ ਹੈ ਜਾਂ ਫਿਰ ਉਹ ਇੱਕ ਅਲੱਗਾ ਗੱਲ ਹੈ, ਇਹ ਇੱਕ ਵੱਖਰੀ ਕਾਰਵਾਈ ਹੈ? ਪੰਜਾਬ ਦੇ ਲੋਕ ਸਿਆਣੇ ਹੋ ਗਏ ਕਿ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਉਹੀ ਜਾ ਰਹੇ ਨੇ। ਤੁਸੀਂ ਇਹ ਜਿਹੜੇ ਡਾਕਟਰ ਰਾਜਕੁਮਾਰ ਵੇਰਕਾ ਅੱਜ ਕਹਿੰਦੇ ਕਾਂਗਰਸ ਪਾਰਟੀ ਨਹੀਂ ਚੰਗੀ, ਬਲਬੀਰ ਸਿੰਘ ਸਿੱਧੂ ਕਹਿ ਰਹੇ ਕਾਂਗਰਸ ਪਾਰਟੀ ਨਹੀਂ ਚੰਗੀ, ਸੁੰਦਰ ਸ਼ਾਮ ਅਰੋੜਾ ਕਹਿੰਦੇ ਕਾਂਗਰਸ ਪਾਰਟੀ ਨਹੀਂ ਚੰਗੀ, ਗੁਰਪ੍ਰੀਤ ਸਿੰਘ ਕਾਂਗੜ ਕਹਿ ਰਹੇ ਕਾਂਗਰਸ ਪਾਰਟੀ ਨਹੀਂ ਚੰਗੀ ਹੈਗੀ। ਬਾਈ ਦਾ ਵੇ ਤੁਸੀਂ ਚੋਣ ਲੜੀ ਬਾਈ ਦੀ, ਜੇ ਜਿੱਤ ਜਾਂਦੇ ਫਿਰ ਕਾਂਗਰਸ ਪਾਰਟੀ ਚੰਗੀ? ਤੁਹਾਨੂੰ ਤਾਂ ਉਦੋਂ ਨਹੀਂ ਛੱਡ ਦੇਣਾ ਚਾਹੀਦਾ, ਜਿੱਦਣ ਤੁਹਾਨੂੰ ਮੰਤਰੀ ਮੰਡਲ 'ਚੋਂ ਕੱਢਿਆ ਉਦੋਂ ਨਹੀਂ ਕਹਿ ਦਿੰਦੇ ਕਿ ਕਾਂਗਰਸ ਪਾਰਟੀ ਬੇਈਮਾਨ ਹੈ ਜੀ, ਚੰਗੀ ਨਹੀਂ ਹੈਗੀ, ਫਿਰ ਬੀਜੇਪੀ। ਹੁਣ ਪਤਾ ਕਿ ਵਿਜੀਲੈਂਸ ਦਾ ਡੰਡਾ ਤਿਆਰ ਹੈ, ਭਗਵੰਤ ਮਾਨ ਦਾ ਡੰਡਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਇਕੱਲਾ ਫੜਨਾ ਹੈਗਾ ਜੀ, ਉਹਨੇ ਤਾਂ ਆਪਣੇ ਘਰ ਤੋਂ ਸ਼ੁਰੂਆਤ ਕੀਤੀ ਨਾ। ਸਿਆਣੇ ਵੀ ਕਰਪਸ਼ਨ ਤਾਂ ਖਤਮ ਹੋਊਗੀ, ਅਸੀਂ ਕੀ ਕਰਦੇ ਹਿੰਦੁਸਤਾਨ ਦੇ ਵਿੱਚ ਕਿ ਮੰਦਰ ਦੀਆਂ ਕਹਿੰਦੇ ਨੇ ਪੌੜੀਆਂ ਥੱਲਿਓਂ ਸਾਫ਼ ਕਰੋ ਨਾ, ਕੋਈ ਫਾਇਦਾ ਨਹੀਂ ਹੈ, ਉੱਪਰੋਂ ਸਾਫ਼ ਕਰਦੇ ਆ ਉਹ, ਤੇ ਹੌਲੀ ਹੌਲੀ ਗੰਦ ਬਾਹਰ ਜਾਂਦਾ ਹੈਗਾ। ਹੁਣ ਵਿਜੀਲੈਂਸ ਕੀ ਕਰਦੀ ਹੈਗਾ, ਪਟਵਾਰੀ ਫੜ ਲਿਆ, ਸਿਪਾਹੀ ਫੜ ਲਿਆ, ਕਲਰਕ ਫੜ ਲਿਆ, ਫੜੋ ਤੁਸੀਂ DC ਫੜੋ, SGM ਫੜੋ, SSP ਫੜੋ, ਕਿਹੜਾ ਨਹੀਂ ਪੈਸੇ ਲੈਂਦਾ? ਸਾਰੇ ਪੈਸੇ ਲੈਂਦੇ ਨੇ, ਉੱਪਰ ਤੱਕ ਪੈਸੇ ਜਾਂਦੇ ਹੈਗੇ ਨੇ। ਜਿਹੜਾ DC ਆਫਿਸ ਦੇ ਵਿੱਚ ਡੀਲਿੰਗ ਕਲਰਕ ਹੁੰਦਾ, ਰਜਿਸਟਰੀ ਕਲਰਕ ਹੁੰਦਾ, ਉਹਦੇ ਨਾਲ 6 ਘਰ ਚੱਲਦੇ ਹੈਗੇ ਨੇ। SDM ਦਾ ਘਰ ਚੱਲਦਾ, DC ਦਾ ਘਰ ਚੱਲਦਾ, ਹੋਰ ਵੀ ADC ਦਾ ਘਰ ਚੱਲਦਾ ਹੈਗਾ। ਬਹੁਤ ਸਾਰੀਆਂ ਥਾਵਾਂ ਤੇ ਦੇਖਣ ਨੂੰ ਵੀ ਮਿਲਦਾ, ਆਮ ਲੋਕ ਸ਼ਿਕਾਇਤਾਂ ਅਕਸਰ ਕਰਦੇ ਨੇ ਕਿ ਸਰਕਾਰੀ ਬੰਦਿਆਂ ਨੇ ਅੱਗੇ ਪ੍ਰਾਈਵੇਟ ਬੰਦੇ ਰੱਖ ਲਏ ਹੁੰਦੇ ਆ, ਚਾਹੇ ਉਹ ਤਹਿਸੀਲਦਾਰ ਦਫ਼ਤਰ ਹੋਵੇ, ਪਟਵਾਰੀ ਦਫ਼ਤਰ ਹੋਵੇ, ਕਿ ਅੱਗੇ ਕੰਮ ਉਹਨਾਂ ਨੇ ਕਰਨਾ ਹੁੰਦਾ, ਉਹ ਐਸ਼ ਕਰਦੇ ਆ ਆਪਣੀ ਜੌਬ ਲੈ ਕੇ। ਬਿਲਕੁਲ ਇਹ ਤਾਂ ਚੱਲਦਾ ਹੀ ਆ ਰਿਹਾ ਹੈਗਾ। ਹੁਣ ਸਵਾਲ ਹੈ ਕਿ ਹੁਣ ਭਗਵੰਤ ਮਾਨ ਨੇ ਐਂਟੀ ਕਰਪਸ਼ਨ ਇੱਕ ਨੰਬਰ ਸ਼ੁਰੂ ਕੀਤਾ, ਉਹਦੇ 'ਚ ਬਹੁਤ ਸਾਰੇ ਲੋਕਾਂ ਦੇ ਨਾਂ। ਹੁਣ ਪੰਗਾ ਕੀ, ਇੱਕ ਮਲੇਰਕੋਟਲੇ ਦਾ ਪਟਵਾਰੀ ਫੜਿਆ ਗਿਆ ਅਤੇ ਰੈਵਨਿਊ ਡਿਪਾਰਟਮੈਂਟ ਸਾਰੇ ਹੜਤਾਲ 'ਤੇ ਚੱਲ ਗਏ ਹੈਗੇ ਨਾ, ਨਾਲੇ ਚੋਰ ਅਤੇ ਨਾਲੇ ਚਤਰਾਈਆਂ ਨਾ, ਸੀਨਾ ਚੋਰੀ ਹੋ ਗਿਆ। ਜਿਹਨੂੰ ਵੀ ਫੜਦੇ ਹੈਗੇ ਨੇ ਤਾਂ ਮਹਿਕਮਾ ਖੜਾ ਹੋ ਜਾਂਦਾ ਹੈਗਾ, ਇਹ ਤਾਂ ਗਲਤ ਹੈ ਨਾ ਜੀ। ਪਰ ਹੁਣ ਆ ਜਿਹੜੇ ਮਗਰਮੱਛ ਫੜੇ ਜਾ ਰਹੇ ਹੈਗੇ ਨੇ, ਜਦੋਂ ਮਗਰਮੱਛ ਫੜੇ ਗਏ ਨੇ, ਛੋਟੀਆਂ ਮੱਛੀਆਂ ਆਪੇ ਮਾਰੀਆਂ ਜਾਂਦੀਆਂ ਹੈਗੀਆਂ। ਹੁਣ ਇਹ ਕਿ ਫੜੇ ਜਾਣਗੇ ਸਾਰੇ। ਸਭ ਤੋਂ ਪਹਿਲਾਂ ਮਾਈਨਿੰਗ ਵਾਲੇ ਫੜਨੇ ਆ,
ਟਰਾਂਸਪੋਰਟ 'ਚ ਬਹੁਤ ਗੜਬੜੀਆਂ ਹੋਈਆਂ, ਲੋਕਲ ਬੋਡੀ 'ਚ ਬਹੁਤ ਗੜਬੜੀਆਂ ਹੋਈਆਂ, PWD 'ਚ ਬੜੀਆਂ ਹੋਈਆਂ, ਰੂਰਲ ਡਿਵੈਲਪਮੈਂਟ 'ਚ ਬੜੀਆਂ ਹੋਈਆਂ, 7-8 ਮਹਿਕਮੇ ਨੇ ਉਹਦੇ ਸਾਰੀਆਂ ਗੜਬੜੀਆਂ। ਉਹ ਦੇਖੋ ਭਾਰਤ ਭੂਸ਼ਣ ਆਸ਼ੂ, ਜੇ ਤੁਸੀਂ ਕੋਈ ਹੇਰਾ ਫੇਰੀ ਕੀਤੀ ਨਹੀਂ ਹੈ ਤੁਹਾਨੂੰ ਕਾਹਦਾ ਡਰ ਹੈਗਾ? ਹਾਈ ਕੋਰਟ ਚਲ ਗਏ ਹੈਗੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਮ ਬੋਲਦਾ, ਜਿਹੜੇ ਮੌਜੂਦਾ ਨਵੇਂ ਮੰਤਰੀ ਹੈਗੇ ਨੇ ਕੁਲਦੀਪ ਸਿੰਘ ਧਾਲੀਵਾਲ, ਉਹ ਸ਼ਰੇਆਮ ਐਲੀਗੇਸ਼ਨ ਲਾ ਰਹੇ ਨੇ। ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ, ਉਹਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਤੇ ਲਾਤੇ। ਪ੍ਰੂਵ ਹੋਣਗੇ ਨਾ, ਤੇ ਮੈਨੂੰ ਲੱਗਦਾ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਵੀ ਵਾਰੀ ਆਊਗੀ, ਜਿਸ ਤਰ੍ਹਾਂ ਉਹ ਲੱਗੇ ਹੈਗੇ ਨੇ, ਜਾਂ ਫਿਰ ਸਮਝੌਤੇ ਹੋਣਗੇ। ਤਾਂ ਫਿਰ ਵਿਰੋਧੀ ਧਿਰ ਦੀ ਭੂਮਿਕਾ ਨਜ਼ਰ ਕੀ ਆਊਗੀ ਵਿਧਾਨ ਸਭਾ ਜਦੋਂ ਸਾਰਿਆਂ ਤੇ ਇਸ ਤਰ੍ਹਾਂ ਦੀ ਤਲਵਾਰ ਲਟਕ ਰਹੀ ਹੈ? ਤਾਂ ਫਿਰ ਵਿਰੋਧੀ ਧਿਰ ਵੀ ਤਾਂ ਚੁੱਪ ਰਹੇਗੀ ਵਿਧਾਨ ਸਭਾ ਦੇ ਅੰਦਰ, ਇਸ ਤਰ੍ਹਾਂ ਦੀ ਸੰਭਾਵਨਾਵਾਂ ਵੀ ਪੈਦਾ ਹੋ ਸਕਦੀਆਂ। ਹੋ ਸਕਦਾ ਚੁੱਪ ਰਹਿਣਗੇ ਤਾਂ ਵੀ ਮਰਦੇ, ਜੇ ਬੋਲਣਗੇ ਤਦ ਵੀ ਮਰਦੇ ਹੈਗੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਾਧੂ ਸਿੰਘ ਧਰਮਸੋਤ ਫੜਿਆ ਗਿਆ, ਅਦਾਲਤ ਉਹਨਾਂ ਨੂੰ ਕੀ ਸੁਣਾਉਂਦੀ ਫੈਸਲਾ, ਝੂਠਾ ਜਾਂ ਸੱਚਾ, ਉਹ ਟਾਈਮ ਦੱਸੂਗਾ। ਲੇਕਿਨ ਤੁਸੀਂ ਵਿਜੀਲੈਂਸ ਦਫ਼ਤਰ 'ਚ ਗਏ, ਉੱਥੇ ਕਾਹਦੇ ਵਾਸਤੇ ਗਏ ਹੈਗੇ? ਹਾਂ, ਬੰਦਾ ਜੇਲ੍ਹ ਚਲਾ ਜਾਂਦਾ, ਮੰਨ ਲਓ ਹੁਣ ਤੁਸੀਂ ਜਾ ਕੇ ਮਿਲ ਸਕਦੇ, ਤੁਸੀਂ ਸਾਰੀ ਆਪੋਜੀਸ਼ਨ ਚੱਲ ਗਈ ਹੈਗੀ ਕਿ ਵਿਜੀਲੈਂਸ ਨੂੰ ਡਰਾਮ ਪ੍ਰੈਸ਼ਰ ਪਾ ਰਹੇ, ਫਿਰ ਤੁਸੀਂ ਉਹਨੂੰ ਮਿਲਣ ਚਲੇ ਜਾਂਦੇ ਹੈਗੇ, ਭਗਵੰਤ ਮਾਨ ਨੂੰ ਮਿਲਣ ਜਾਂਦੇ, ਕਿਉਂਕਿ ਤੁਹਾਡੇ 2 ਮੰਤਰੀਆਂ ਦਾ ਨਾਮ, ਇੱਕ ਨੂੰ ਫੜ ਲਿਆ, ਦੂਜੇ ਦਾ ਨਾਮ ਸੀ। ਫਿਰ ਭਗਵੰਤ ਮਾਨ ਕਹਿੰਦਾ ਕਿ ਇਹਨਾਂ ਦੇ ਤਾਂ DNA 'ਚ ਕਰਪਸ਼ਨ ਅੜੀ। ਕਿਸੇ ਹੋਰ ਮਸਲੇ 'ਤੇ ਜਾਓ ਨਾ, ਤੇ ਇਸ ਸਮੇਂ ਕਾਂਗਰਸ ਪਾਰਟੀ ਦੀ ਸਥਿਤੀ ਬੜੀ ਕਸੂਤੀ ਆ, ਫਸੀ ਹੋਏ ਨੇ ਕਿ ਹੁਣ 2 ਫੜ ਲਏ। ਸੰਗ ਸਿੰਘ ਗਿੱਲ ਜੀਆਂ ਦਾ ਕੀ ਰੋਲ ਆ? ਹਲੇ ਤੱਕ ਵਿਜੀਲੈਂਸ ਨੇ ਪਰਚਾ ਤਾਂ ਦਰਜ ਕੀਤਾ, ਗ੍ਰਿਫਤਾਰੀ ਨਹੀਂ ਕੀਤੀ ਹੈਗੀ। ਸਚਾਈ ਕੀ ਆ? ਬਾਹਰ ਆ ਜਾਏਗੀ, ਜਲਦ ਬਾਹਰ ਆ ਜਾਏਗੀ ਕਿ ਉਹ ਇਮਾਨਦਾਰ ਨੇ ਜਾਂ ਬੇਈਮਾਨ ਨੇ। ਜੇ ਹੁਣ ਤੱਕ ਮੈਨੂੰ ਲੱਗਦਾ ਕਿ ਜੇ ਬੇਈਮਾਨ ਹੁੰਦੇ ਤਾਂ ਲਾਜ਼ਮੀ ਤੌਰ 'ਤੇ ਵਿਜੀਲੈਂਸ ਨੇ ਫੜ ਲੈਣਾ ਹੈਗਾ ਸੀ, ਜਾਂ ਜਿਸ ਤਰ੍ਹਾਂ ਉਹਨਾਂ ਦਾ ਨਾਮ ਆ ਗਿਆ। ਔਰ ਕਾਨੂੰਨ 'ਚ ਆ ਕੇ ਇੱਕ ਦੋਸ਼ੀ ਦੇ ਕਹਿਣ 'ਤੇ ਤੁਸੀਂ ਪਰਚਾ ਨਹੀਂ ਦਰਜ ਕਰ ਸਕਦੇ। ਪਰ ਹੁਣ ਦੇਖਦੇ ਕੀ ਗੱਲ ਆ। ਹੁਣ ਬਾਕੀ ਜਿਹੜੇ ਲੋਕ ਨੇ, ਜਿਹੜੇ ਹਾਈ ਕੋਰਟ 'ਚ ਭੱਜ ਰਹੇ ਨੇ ਜਾਂ BJP 'ਚ ਜਾ ਰਹੇ ਨੇ, ਮਤਲਬ ਇਹਨਾਂ ਨੂੰ ਤੇ ਮੋਟੇ ਦੇ ਸ਼ਬਦਾਂ 'ਚ ਪੇਂਡੂ ਝਟਕੇ ਪਾਏ ਨੇ, ਚੋਰੀ ਕੀਤੀ ਉਹ ਹੀ ਜਾ ਰਹੇ ਨੇ, ਬਾਕੀ ਕਿਉਂ ਨਹੀਂ ਜਾ ਰਹੇ? 182-80 ਦੇ ਤੋਂ ਜ਼ਿਆਦਾ ਵਿਧਾਇਕ ਸੀ ਕਾਂਗਰਸ ਪਾਰਟੀ ਕੋਲ, ਠੀਕ ਹੈ ਜੀ, ਉਹਨਾਂ 'ਚੋਂ ਕਿੰਨੇ ਜਾ ਰਹੇ ਨੇ, ਬਾਕੀ ਕਿਉਂ ਨਹੀਂ ਜਾ ਰਹੇ ਹੈਗੇ? ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਹੁਣ 7-8 ਜਿਹੜੇ ਮਹਿਕਮਿਆਂ ਦੇ ਮੰਤਰੀ ਹੀ, ਉੱਥੇ ਜਿਹੜੇ MLA ਸੀ, ਟੈਂਡਰ, ਹੁਣ ਨਾਲ ਦੀ ਨਾਲ ਇਹ ਨਹੀਂ ਕਿ ਸਿਰਫ MLA ਕਾਂਗਰਸ ਪਾਰਟੀ ਦੇ ਸਾਬਕਾ ਜਾਂ ਮੌਜੂਦਾ ਫੜੇ ਜਾਣਗੇ ਜਾਂ ਅਕਾਲੀ ਦਲ ਦੇ ਫੜੇ ਜਾਣਗੇ, 5-6 ਅਫਸਰਾਂ ਦਾ ਵੀ ਆ IAS ਦਾ ਨਾਮ ਆਇਆ ਹੈਗਾ। ਡਾਇਰੈਕਟਰ ਤੋਂ ਲੈ ਕੇ ਸੈਕਟਰੀ ਰੈਂਕ ਦੇ ਅਧਿਕਾਰੀ ਨੇ, ਉਹਨਾਂ ਦਾ ਨਾਮ ਵੀ ਚੱਲ ਰਿਹਾ। ਉਹਨਾਂ ਨੇ ਵੀ ਬੜੇ ਮਲਾਈਆਂ ਛਕੀਆਂ ਹੈਗੀਆਂ ਨੇ, ਮਲਾਈਦਾਰ ਮਹਿਕਮਿਆਂ 'ਚ ਰਹੇ, ਮਲਾਈਆਂ ਛਕੀਆਂ ਨੇ, ਪੋਲੀਟੀਸ਼ੀਅਨਾਂ ਨਾਲ ਮਿਲ ਕੇ ਟੈਂਡਰ ਲਾਟ ਕਰਵਾਏ ਹੈਗੇ ਨੇ। ਅਤੇ ਮੈਨੂੰ ਲੱਗਦਾ ਕਿ ਇਹ ਸ਼ੁਰੂ ਹੋ ਗਈ ਹੈ, ਚੇਨ ਸ਼ੁਰੂ ਹੋ ਗਈ ਆ। ਸਾਧੂ ਸਿੰਘ ਧਰਮਸੋਤ ਛੱਡੋ, ਮੈਨੂੰ ਲੱਗਦਾ ਕਿ ਡਾਕਟਰ ਵਿਜੇ ਸਿੰਗਲਾ ਤੋਂ ਹੋਈ ਆ ਸ਼ੁਰੂ, ਫਿਰ ਸਾਧੂ ਸਿੰਘ ਧਰਮਸੋਤ ਆ ਗਿਆ। ਸੰਗ ਸਿੰਘ ਗਿੱਲ ਜੀਆਂ ਦਾ ਕੀ ਰੋਲ ਹਲੇ, ਕਿਉਂਕਿ ਪਰਚੇ 'ਚ ਨਾਮ ਆ ਗਿਆ, ਗ੍ਰਿਫਤਾਰੀ ਨਹੀਂ। ਹੁਣ ਜੋਗਿੰਦਰ ਪਾਲ ਜਿਹੜੇ ਭੋਆ ਤੋਰੇ ਨੇ, ਉਹ ਵੀ ਮਾਈਨਿੰਗ, ਜ਼ਿਆਦਾਤਰ ਜਿਹੜੇ ਮਾਈਨਿੰਗ, ਔਰ ਜਿਹੜੇ ਸਾਡੇ ਜਾਣਕਾਰ ਕਹਿ ਰਹੇ ਨੇ ਕਿ ਇੱਕ ਦਿਨ ਦਾ 2-2 ਲੱਖ, 3 ਲੱਖ, 5-5 ਲੱਖ ਰੁਪਈਆ ਆ ਰਿਹਾ ਸੀ ਮਾਈਨਿੰਗ ਤੋਂ। ਸਾਰਿਆਂ ਨੇ ਖੱਡਾਂ ਦੇ ਹਿੱਸੇ ਹੀ, ਗੈਰ ਕਾਨੂੰਨੀ ਕੰਮ ਚੱਲਦਾ ਸੀ। ਅੱਜ ਵੀ ਚੱਲ ਰਿਹਾ ਮਾਈਨਿੰਗ, ਅੱਜ ਵੀ ਚੱਲ ਰਹੀ ਹੈਗੀ, ਪਰ ਕਿਉਂਕਿ ਹੁਣ ਸਰਕਾਰ ਕਾਂਗਰਸ ਪਾਰਟੀ ਦੇ ਆਪਣੇ ਬੰਦੇ ਨੂੰ ਫੜਦੇ ਕਿ ਨਹੀਂ ਫੜਦੇ, ਜਾਂ ਅਜੇ ਤੱਕ ਤੇ ਮਾਈਨਿੰਗ ਰੁਕੀ ਨਹੀਂ ਹੈਗੀ। ਪਰ ਜਿਨ੍ਹਾਂ ਪਿਛਲਿਆਂ ਨੇ ਕੀਤੀ ਹੈਗੀ ਆ, ਉਹ ਸਾਰੇ ਅੰਦਰ ਜਾਣਗੇ। ਜੀ, ਤੁਸੀਂ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਜੀ, ਬਹੁਤ ਸ਼ੁਕਰੀਆ, ਧੰਨਵਾਦ। ਤਾਂ ਅਸੀਂ ਇਸ ਮਸਲੇ ਦੇ ਉੱਤੇ ਗੱਲਬਾਤ ਇਸ ਕਰਕੇ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਕਰਪਸ਼ਨ ਕੀਤੀ, ਖਾਸ ਕਰਕੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕਾਂ ਦੀ ਤਾਂ ਵਾਰੀ ਆ ਗਈ ਹੈ। ਮੌਜੂਦਾ ਇੱਕ ਮੰਤਰੀ ਨੂੰ ਵੀ ਭਗਵੰਤ ਮਾਨ ਸਰਕਾਰ ਨੇ ਜੋ ਬਣਦਾ ਸੀ ਕਾਰਵਾਈ ਕਰ ਦਿੱਤੀ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਮੌਜੂਦਾ ਸਰਕਾਰ ਦੇ ਅੰਦਰ ਵੀ ਜੇਕਰ ਕੋਈ ਗੜਬੜ ਕਰਦਾ ਹੈ ਤੇ ਉਸ ਦੇ ਉੱਤੇ ਵੀ ਕਿੰਨੀ ਛੇਤੀ ਕਾਰਵਾਈ ਹੁੰਦੀ ਹੈ। ਔਰ ਲੰਮੀ ਸੂਚੀ ਤਿਆਰ ਹੋ ਚੁੱਕੀ ਹੈ, ਜਲਦੀ ਹੀ ਇੱਕ ਦਾ ਨੰਬਰ ਲੱਗੇਗਾ, ਕਹਿਣ ਦਾ ਭਾਵ ਕਿ ਸਭ ਫੜੇ ਜਾਣਗੇ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।